ਠੀਕ ਠੀਕ। ਬਾਕੀ ਇਹ ਵੇ ਕਿ ਕੋਈ ਦੇਸੀ ਤਰੀਕਾ ਤਾਂ ਉੱਥੇ ਪਹੁੰਚ ਨਹੀਂ ਸਕਦਾ, ਘਰੋਂ ਨਾ ਕੋਈ ਚੀਜ਼ ਜਾ ਸਕਦੀ ਨਾ ਆ ਸਕਦੀ। ਘਰੋਂ ਮੇਰੀ ਬੇਟੀ ਹਾਂ ਮਤਲਬ ਡੇਲੀ ਰੂਟੀਨ ਨਾਲ ਹਾਂ ਜੋ ਘਰ ਉਹਨਾਂ ਦੀ ਖੁਆਇਸ਼ ਹੁੰਦੀ ਸੀ ਉਹ ਬਣਾ ਕੇ ਮੈਨੂੰ ਭਜਵਾਉਂਦੇ ਸੀ ਹਸਪੀਟਲ 'ਚ। ਹਾਂਜੀ। ਅੱਛਾ। ਲੇਕਿਨ ਉਹ ਮੈਂ ਖਾ ਨਹੀਂ ਸਕਦਾ। ਖਾ ਨਹੀਂ ਸੀ ਸਕਦੇ। ਉਹ ਜਦੋਂ ਮੈਂ ਚੱਖਣਾ ਹਾਂ ਲੂਣ ਹੀ ਲੂਣ। ਤੇ ਉਹ ਤੁਹਾਨੂੰ ਪਹੁੰਚਾ ਦਿੰਦੇ ਸੀ ਅੰਦਰ ਕਮਰੇ 'ਚ? ਉਹ ਖਾਣਾ ਬੱਚੇ ਪਹੁੰਚਾ ਦਿੰਦੇ ਸੀ ਰਿਸੈਪਸ਼ਨ ਤੇ ਠੀਕ। ਤੇ ਉਹ ਫਿਰ ਮੈਨੂੰ ਉੱਪਰ ਦੇ ਕੇ ਜਾਂਦੇ ਸੀ। ਅੱਛਾ ਅੱਛਾ ਅੱਛਾ। ਲੇਕਿਨ ਤੁਸੀਂ ਖਾ ਨਹੀਂ ਸਕਦੇ। ਖਾ ਨਹੀਂ ਸੀ ਸਕਦੇ। ਠੀਕ ਹੈ। ਬਾਕੀ ਉਹ ਜਿਹੜੇ ਸਾਡੇ ਦੇਸੀ ਟੋਟਕੇ ਚੱਲਦੇ ਨੇ ਨਾਲ, ਜਿਹੜੇ ਮੁਖਤਲਿਫ ਆਉਂਦੇ ਨੇ ਕਿ ਇਹ ਖਾਓ ਪੀਓ, ਉਹਦੀ ਕੋਈ ਇਜਾਜ਼ਤ ਸੀਗੀ ਉੱਥੇ ਹਸਪੀਟਲ 'ਚ? ਨਹੀਂ ਕੋਈ ਇਜਾਜ਼ਤ ਨਹੀਂ ਸੀ। ਨਹੀਂ। ਸਿਰਫ ਜੋ ਹਸਪੀਟਲ ਵਾਲਿਆਂ ਦੇ ਦਿੱਤਾ ਬਸ। ਬੜੀ ਖੁਆਇਸ਼ ਹੋਈ ਹੂੰ। ਹਾਲਾਂ ਮੈਂ ਸ਼ੂਗਰ ਦਾ ਮਰੀਜ਼ ਹਾਂ। ਹਾਂ ਮੇਰੀ ਖੁਆਇਸ਼ ਹੈ ਕਿ ਯਾਰ ਮੈਨੂੰ ਕੋਲਾ ਮਿਲ ਜੇ ਤੇ ਮੈਨੂੰ ਕਿੰਨਾ ਹਾਂ ਅੱਛਾ ਲੱਗੇ। ਸਹੀ ਹੈ। ਉਹ ਮੇਰੀ ਬੇਟੀ ਕਿ ਉਹਦਾ ਕੋਲਾ ਫਿਰ ਲੈ ਕੇ ਵੀ ਆਈ। ਅੱਛਾ ਇੱਕ ਅੱਛਾ ਰੈਡ ਬੁੱਲ ਲੈ ਕੇ ਆਈ, ਕੋਲਾ ਲੈ ਕੇ ਆਈ। ਅੱਛਾ ਤੇ ਅਜੇ ਮੈਂ ਕੋਲਾ ਖੋਲੇ ਹੀ ਹਾਂ। ਤੇ ਡਾਕਟਰ ਆ ਗਏ। ਅੱਛਾ ਉਹਨੇ ਜਦੋਂ ਦੇਖਿਆ ਨਾ ਠੁਸ ਕੀਤਾ, ਹਾਂ ਹਾਂ ਉਹਨੇ ਕਿਹਾ ਹੈ ਇਹ ਕੀ ਹੋ ਰਿਹਾ? ਅੱਛਾ। ਉਹਨੇ ਕਿਹਾ ਨਾ ਕੋਲਾ ਨਹੀਂ ਕੋਈ ਸ਼ੂਗਰ ਦਾ ਚੱਕਰ। ਮਰੀਜ਼ ਹੈ। ਤੁਸੀਂ ਅੱਛਾ ਹਾਂ ਮੈਨੂੰ ਯਾਦ ਆ ਤੁਸੀਂ ਸ਼ੂਗਰ, ਇਸ ਤੋਂ ਪਹਿਲਾਂ ਸ਼ੂਗਰ ਦੇ ਮਰੀਜ਼ ਸ਼ੂਗਰ ਸੀ। ਦਾ ਮਰੀਜ਼ ਹਾਂ ਕਿਉਂਕਿ ਮੈਂ। ਦੋਸਤੋ ਇਹ ਜਿਹੜੀ ਗੱਲ ਇਹਨਾਂ ਦੱਸੀ ਨਾ ਸ਼ੂਗਰ ਦੇ ਮਰੀਜ਼ ਹੋਣ ਦੀ, ਕਿਉਂਕਿ ਜਿਹੜਾ ਬੰਦਾ ਪਹਿਲੇ ਮਰੀਜ਼ ਹੋਏ ਨਾ ਸ਼ੂਗਰ ਦਾ ਜਾਂ ਕਿਸੇ ਵੀ ਬਿਮਾਰ, ਉਹਦੇ ਵਾਸਤੇ ਇਹ ਬਿਮਾਰੀ ਹੋਰ ਜ਼ਿਆਦਾ ਖਤਰਨਾਕ ਸਾਬਤ ਹੁੰਦੀ ਹੈ। ਲੇਕਿਨ ਇਹਨਾਂ ਦੀ ਜਿਹੜੀ ਵਾਪਸੀ ਹੋਈ ਹੈ ਇਹਦੇ ਵਿੱਚ ਹੁਣ ਅਸੀਂ ਉਹਨਾਂ ਦੇ ਉੱਤੇ ਆਨੇ ਉਹਨਾਂ ਗੱਲਾਂ ਤੇ। ਇੱਕ ਤੇ ਮੇਰਾ ਜ਼ਾਤੀ ਖਿਆਲ ਹੈ ਰਾਣਾ ਸਾਹਿਬ ਕਿ ਮੈਂ ਜਿਵੇਂ ਗੱਲ ਕਰ ਰਿਹਾ ਸਾਂ ਕਿ ਦੁਨੀਆ ਦਾ ਅੱਲਾਹ ਤਾਲਾ ਦਾ ਕੋਈ ਮਹਿਬੂਬ ਬੰਦਾ, ਕੋਈ ਨੇਕ ਬੰਦਾ ਅਗਰ ਤੁਹਾਡੇ ਹੱਥ ਨੂੰ ਜਾਂ ਤੁਹਾਡੇ ਟੱਚ ਕੀਤਾ ਹੋਵੇ ਤੇ ਸਾਡਾ ਇਹ ਯਕੀਨ ਹੈ ਕਿ ਅੱਲਾਹ ਤਾਲਾ ਦੀ ਜਿਹੜੀ ਫਜ਼ਲ ਨੇ ਜਾਂ ਜਿਹੜੀਆਂ ਬਰਕਤਾਂ ਨੇ ਨਾ ਉਹ ਵੀ ਬੰਦੇ ਦੇ ਉੱਤੇ ਜ਼ਰੂਰ ਕਨਵਰਟ ਹੁੰਦੀਆਂ ਨੇ। ਹੁਣ ਮੈਂ ਤਾਂ ਜ਼ਾਤੀ ਤੌਰ ਤੇ ਦੇਖਿਆ ਪਿਛਲੀ ਵਾਰੀ ਹਜ਼ੂਰ ਦੇ ਲਾਸਟ ਟੂਰ ਦੇ ਵਿੱਚ ਹਜ਼ੂਰ ਜਾ ਰਹੇ ਨੇ, ਤਸ਼ਰੀਫ ਲਿਜਾ ਰਹੇ ਨੇ, ਔਰ ਬਹੁਤ ਸਾਰੇ ਲੋਕਾਂ ਦੀ ਖਾਹਿਸ਼ ਹੈ ਕਿ ਹਜ਼ੂਰ ਦੀ ਨਜ਼ਰ ਸਾਡੇ ਤੇ ਪੈ ਜਾਏ, ਇੰਨੀ ਖਾਹਿਸ਼, ਔਰ ਅੱਗੇ ਅੱਗੇ ਭੱਜ ਕੇ ਜਾ ਰਹੇ ਨੇ। ਲੇਕਿਨ ਤੁਸੀਂ ਗਏ, ਹਜ਼ੂਰ ਨੇ ਤੁਹਾਡਾ ਹੱਥ ਫੜ ਲਿਆ, ਉਹ ਜਿਹੜੀ ਉਂਗਲੀ ਜਿਹਦੇ ਤੇ ਚੋਟ ਲੱਗੀ ਸੀ ਉਹਨੂੰ ਫਕੜ ਕੇ ਹਜ਼ੂਰ ਨੇ 1.5 ਮਿੰਟ 2 ਮਿੰਟ ਜਿਹੜਾ ਉਹਦੇ ਉੱਤੇ ਤੁਹਾਨੂੰ ਪੁੱਛਦੇ ਰਹੇ, ਹਾਲ ਪੁੱਛਦੇ ਰਹੇ, ਹੱਥ ਦੁਆ ਕਰਦੇ ਰਹੇ ਤੁਹਾਡੀ ਉਂਗਲੀ ਤੇ। ਤੁਹਾਨੂੰ ਜਿਹੜਾ ਪ੍ਰੋਬਲਮ ਕਾਫੀ ਪੁਰਾਣਾ ਸੀ ਉਂਗਲੀ 'ਚ ਦਰਦ ਦਾ, ਠੀਕ ਨਹੀਂ ਸੀ ਹੁੰਦਾ, ਉਹਦੇ ਮਤਲਬ ਹਜ਼ੂਰ ਪੁੱਛਦੇ ਰਹੇ। ਔਰ ਉਹ ਸੀਨ ਜਿਹੜਾ ਦੇਖ ਕੇ ਬੜੇ ਲੋਕਾਂ ਨੇ ਰਸ਼ਕ ਕੀਤਾ ਕਿ ਯਾਰ ਕਿਆ ਬਾਤ ਹੈ ਰਾਣਾ ਸਾਹਿਬ ਦੇ ਜਨਾਬ, ਨਾ ਅਸੀਂ ਕਿੱਥੇ ਵੱਡੇ ਵੱਡੇ ਕੰਮ ਕਰਨ ਵਾਲੇ ਹਜ਼ੂਰ ਤੇ ਸਾਡਾ ਇਹ ਸਿਰਫ ਖੁਦਾ ਤਾਲਾ ਦੇ ਫਜ਼ਲ ਤੇ ਕਰਮ ਹੀ ਨੇ ਜੀ। ਔਰ ਮੇਰੀ ਜ਼ਿੰਦਗੀ ਜਿੰਨਾ ਵੀ ਮੇਰੇ ਕੋਲ ਵਕਤ ਹੁੰਦਾ ਹੈ ਹਾਂਜੀ ਉਹਦੇ 'ਚ ਮੈਂ ਕੋਸ਼ਿਸ਼ ਕਰਕੇ ਜ਼ਿਆਫਤ ਦੀ ਟੀਮ ਜਿੰਨਾ ਕਰਦਾ ਰਹਿੰਦਾ। ਇਹ ਹੀ ਗੱਲ ਸੀ ਮੇਰਾ ਖਿਆਲ ਹੈ। ਔਰ ਖੁਦਾ ਤਾਲਾ ਨੇ ਕਾਫੀ ਲੰਬੇ ਪੀਰੀਅਡ ਤੋਂ ਮੈਨੂੰ ਤੌਫੀਕ ਦਿੱਤੀ, ਜਿੰਨੀ ਵੀ ਸਿਹਤ ਹੁੰਦੀ ਹੈ ਮੈਂ ਅੱਲਾ ਦੇ ਫਜ਼ਲ ਨਾਲ ਬਹੁਤ ਖਿਦਮਤ ਕਰਨਾ ਇਹਨਾਂ ਦੀ ਜੀ। ਔਰ ਆਪਣੀ ਪੂਰੀ ਟੀਮ ਹੈ। ਔਰ ਉਹਨਾਂ ਦਿਨਾਂ 'ਚ ਮੇਰੇ ਹੱਥ 'ਚ ਬਹੁਤ ਜ਼ਿਆਦਾ ਤਕਲੀਫ ਸੀ ਉਂਗਲੀ 'ਚ। ਅੱਛਾ ਅੱਛਾ। ਔਰ ਮੈਂ ਉਸਦੇ ਬਾਵਜੂਦ ਵੀ ਕੰਮ ਕਰਦਾ ਰਿਹਾ ਤੇ ਲੇਕਿਨ ਹੁਣ ਆਕਾ ਜਾ ਰਹੇ ਸੀ ਹਾਂ ਵਾਪਸ ਸਹੀ ਤੇ ਮੇਰੇ ਦਿਲ 'ਚ ਖੁਆਇਸ਼ ਹੋਈ ਕਿ ਯਾਰ ਮੈਂ ਹਜ਼ੂਰ ਕੋਲ ਕੋਈ ਨੁਸਖਾ ਲਵਾਵਾਂ ਹਾਂ ਨੁਸਖਾ ਔਰ ਯਾਰ ਦੁਆ ਕਰਾ ਲਾਂ। ਸਹੀ ਹੈ ਠੀਕ ਹੈ। ਉਹ ਫਿਰ ਪਿਆਰੇ ਆਕਾ ਦੀ ਸ਼ਫਕਤ ਮਾਸ਼ਾਅੱਲਾ ਉਹਨਾਂ ਨੇ ਬੜਾ ਟਾਈਮ ਦਿੱਤਾ। ਤੁਹਾਡੀ ਮੈਂ ਕਿਹਾ ਹਿੰਮਤ ਸੀ, ਤੁਸੀਂ ਨੇੜੇ ਪਹੁੰਚ ਗਏ ਹਜ਼ੂਰ ਦੇ, ਜਾ ਕੇ ਤੁਸੀਂ ਕਿਹਾ ਜੀ ਹਜ਼ੂਰ ਨੁਸਖਾ, ਤੇ ਹਜ਼ੂਰ ਨੇ ਉਂਗਲੀ ਉਹ ਤੁਹਾਡਾ ਹੱਥ ਪਕੜ ਕੇ ਹੱਥ 'ਚ, ਫਿਰ ਉਹਨਾਂ ਨੇ ਦਵਾਈ ਦੇ ਵੀ ਲਿਖਵਾਈ, ਫਿਰ ਉਹ ਤੁਸੀਂ ਬਾਅਦ ਦੇ ਵਿੱਚ ਲੈ ਕੇ ਇਸਤੇਮਾਲ ਕੀਤੀ। ਮੈਂ ਆਪਣਾ ਜ਼ਾਤੀ ਖਿਆਲ ਹੈ ਰਾਣਾ ਸਾਹਿਬ ਕਿ ਜਿੰਨੀਆਂ ਦੁਨੀਆ 'ਚ ਵੇਖੋ ਇਸ ਟਾਈਮ ਲੱਖਾਂ ਦੇ ਹਿਸਾਬ ਨਾਲ ਕਰੋਨਾ ਨਾਲ ਲੋਕ ਚਲੇ ਗਏ ਔਰ ਬੜੇ ਬੜੇ ਮਾਰੂਫ ਲੋਕ ਵੀ ਗਏ, ਠੀਕ ਹੈ। ਹੁਣ ਚੀਜ਼ ਹਾਂ ਯੰਗ ਲੋਕ, ਤੇ ਇਹਦੇ ਵਿੱਚ ਮੈਨੂੰ ਆਪਣਾ ਇੱਕ ਜ਼ਾਤੀ ਖਿਆਲ ਹੈ ਕਿ ਖੁਦਾ ਦੇ ਇੱਕ ਬੰਦੇ ਨੇ ਤੁਹਾਡਾ ਹੱਥ ਫੜਿਆ, ਫਿਰ ਤੁਸੀਂ ਜਮਾਤ ਦੀ ਖਿਦਮਤ। ਮੈਂ ਆਜ਼ਾਦੀ ਦੇ ਗਵਾਹ ਹਾਂ ਕਿ ਜਦੋਂ ਕੋਈ ਕਿਚਨ ਦਾ ਕੰਮ ਹੋਇਆ, ਜਦੋਂ ਉਹਨਾਂ ਬੁਲਾਇਆ ਜ਼ਿਆਫਤ ਵਾਲਿਆਂ, ਤੁਸੀਂ ਜਨਾਬ ਉੱਥੇ ਖੜੇ ਜੇ ਬਰਤਨ ਉਹਦੇ ਉੱਤੇ ਉਹ ਜਨਾਬ ਥੱਲੇ ਜ਼ਮੀਨ ਤੇ ਝਾੜੂ ਫੇਰ ਰਹੇ ਜੇ, ਮੇਜ਼ਾਂ ਦੇ ਉੱਤੇ ਜਨਾਬ ਪੋਚੇ ਲਾ ਰਹੇ ਜੇ, ਔਰ ਕਿਚਨ 'ਚ ਤੁਸੀਂ ਜਨਾਬ ਨਾਲ ਉਹਨਾਂ ਦੀ। ਇਹ ਸਾਰੀਆਂ ਚੀਜ਼ਾਂ ਹਰ ਬੰਦੇ ਨੂੰ ਜਿਹੜੀ ਨਾ ਤੌਫੀਕ ਨਹੀਂ ਮਿਲਦੀ। ਅਕਟੂਅਲ ਵੀ ਜਿਹੜਾ ਹੋਇਆ ਹੈ ਨਾ ਜੀ, ਇਹਦੇ 'ਚ ਜਿਹੜੀ ਮੇਰੀ ਟੀਮ ਹੈ ਹਾਂਜੀ ਉਹਨਾਂ ਦਾ ਬੜਾ ਪਾਰਟ ਹੈ ਮਾਸ਼ਾਅੱਲਾ ਜ਼ਿਆਫਤ ਦੀ। ਅੱਛਾ। ਉਹਨਾਂ ਨੇ ਪਿਆਰੇ ਆਕਾ ਦੀ ਖਿਦਮਤ 'ਚ ਖਤ ਵੀ ਲਿਖਿਆ। ਅੱਛਾ। ਔਰ ਉਹਨਾਂ ਨੇ ਦਵਾਈਆਂ ਦਰਖਾਸਤ ਕੀਤੀ, ਫਿਰ ਬਾਰ-ਬਾਰ ਹਜ਼ੂਰ ਨੂੰ ਵੀ ਪੈਗਾਮ ਜਾਂਦੇ ਰਹੇ ਕਿ ਇਹ ਸਾਡੇ ਖਾਦਮ ਨੇ ਔਰ ਲੰਗਰ 'ਚ ਖਿਦਮਤ ਕਰਨ ਵਾਲੇ ਨੇ। ਅੱਛਾ। ਹਜ਼ੂਰ ਖਾਸ ਦੁਆਵਾਂ ਜਿਹਨਾਂ ਨੂੰ ਯਾਦ ਰੱਖਣਾ। ਅੱਛਾ। ਔਰ ਇਹ ਸਾਰੀਆਂ ਬਰਕਤਾਂ ਦੀ ਬਸ ਫਿਰ ਉਹ ਅਸਲ ਸਾਰੀ ਗੱਲ ਦਾ ਲੁਬੇ ਲੁਬਾਵ ਇਹ ਨਿਕਲਦਾ। ਰਾਣਾ ਸਾਹਿਬ ਅੱਗੇ ਚੰਦ ਦਿਨ ਪਹਿਲੇ ਦੋ ਸਾਹਿਬ ਨੂੰ ਗੱਲ, ਉਹ ਵੀ ਅਨਸਾਰੁੱਲਾਹ 'ਚ ਬੜੀ ਖਿਦਮਤ ਕੀਤੀ ਉਹਨਾਂ ਨੇ, ਉਹ ਤੇ ਵੈਂਟੀਲੇਟਰ ਤੋਂ ਰਹਿ ਕੇ ਅੱਲਾਹ ਤਾਲਾ ਨੇ ਉਹਨਾਂ ਨੂੰ ਸਿਹਤ ਦਿੱਤੀ। ਹੁਣ ਤੁਹਾਡਾ ਜਿਹੜਾ ਵੀ ਤੁਸੀਂ ਦੱਸ ਰਹੇ ਹੋ, ਇੱਕੋ ਹੀ ਚੀਜ਼ ਨਿਕਲਦੀ ਕਿ ਜਿਹੜੀ ਤੁਸੀਂ ਖਿਦਮਤ ਤੇ ਦੀਨ ਕੀਤੀ ਹੈ ਨਾ ਬੇਲੌਸ, ਇੱਕ ਹੁੰਦਾ ਬੰਦੇ ਦਾ ਦਿਲ ਕਰਦਾ ਮੇਰਾ ਨਾਮ ਬਣ ਜੇ, ਮੈਨੂੰ ਫੁੱਲ ਲੱਗ ਜਾ, ਇਹ ਨਹੀਂ, ਤੁਸੀਂ ਕੰਮ ਕੀਤਾ ਜਾ ਕੇ ਹਰ ਲੈਵਲ ਤੇ। ਮੈਂ ਤੁਹਾਨੂੰ ਦੱਸਣਾ ਅੱਜ ਤੱਕ ਵੀ ਜੀ ਜਲਸੇ ਸਾਲਾਨਾ ਤੋਂ ਲੈ ਕੇ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਨੇ, ਔਰ ਕਦੀ ਉਹਦੀ ਬਿੱਲਾ ਲਾ ਕੇ ਮੈਂ ਕੰਮ ਨਹੀਂ ਕੀਤਾ। ਮਤਲਬ ਇਹਦੇ ਵਿੱਚ ਕੋਈ ਬੜਾਈ ਨਹੀਂ, ਮੈਂ ਉਹੀ ਦੱਸ ਰਿਹਾ, ਮੈਨੂੰ ਖੁਆਇਸ਼ ਵੀ ਨਹੀਂ ਕਦੀ ਹੋਈ ਕਿ ਯਾਰ ਮੈਨੂੰ ਫਲਾਣਾ ਉਹਦਾ ਹੋਏ ਜਾਂ ਫਲਾਣਾ। ਔਰ ਇਹ ਖੁਦਾ ਤਾਲਾ ਦੇ ਫਜ਼ਲ ਜਿਹੜੇ ਨੇ ਉਹ ਹੀ ਨੇ ਕਿ ਆਕਾ ਦੀ ਦੁਆਵਾਂ, ਭੈਣ ਭਾਈਆਂ ਦੀਆਂ, ਦੋਸਤਾਂ ਦੀਆਂ ਦੁਆਵਾਂ, ਸਭ ਨੇ ਉਹਨਾਂ ਨੇ ਮੈਨੂੰ ਬਚਾਇਆ। ਔਰ
ਪਤਾ ਨਹੀਂ ਅੱਲਾਹ ਤਾਲਾ ਨੇ ਹਾਲੇ ਤੁਹਾਡੇ ਕੋਲੋਂ ਕਿੰਨੀ ਖਿਦਮਤ ਹੋਰ ਲੈਣੀ ਹੈ। ਇਹ ਵੀ ਚੀਜ਼ ਹੈ ਮੇਨ। ਵੇਖੋ ਜੀ ਅੱਗੋਂ ਅਜੇ ਹਜ਼ੂਰ ਦੀਆਂ ਵਾਪਸੀਆਂ ਹੋਣੀਆਂ ਨੇ, ਕਰੋਨਾ ਖਤਮ ਹੋਣਾ ਹੈ ਔਰ ਫਿਰ ਸਾਡੇ ਜਮਾਤ ਦੇ ਦੁਬਾਰਾ ਪ੍ਰੋਗਰਾਮ ਚੱਲਣੇ ਨੇ, ਤੇ ਖੁਦਾ ਤਾਲਾ ਨੂੰ ਪਤਾ ਨਹੀਂ ਕਿੰਨਾ ਮਨਜ਼ੂਰ ਹੈ, ਕਿੰਨੀ ਉਹਨਾਂ ਹੋਰ ਖਿਦਮਤ ਅੱਲਾਹ ਨੇ ਲੈਣੀ ਹੈ। ਤੇ ਮੈਂ ਸਮਝਣਾ ਕਿ ਲੋਕਾਂ ਨੂੰ ਤੁਸੀਂ ਆਪਣੇ ਅਲਫਾਜ਼ 'ਚ ਕੀ ਦੱਸੋਗੇ ਕਿ ਯਾਰ ਇਹ ਕਰੋਨਾ ਜਿਹੜਾ ਹੈ ਇਹ ਤੁਹਾਡੀ ਨਜ਼ਰ 'ਚ ਕੀ ਹੈ ਔਰ ਤੁਸੀਂ ਕਿਵੇਂ ਬਚੋ ਇਹਦੇ ਤੋਂ? ਮੈਂ ਇਹ ਦੱਸਣਾ ਕਿ ਮੈਂ ਕੋਲ ਲਫ਼ਜ਼ ਨਹੀਂ ਹੈ ਕਿ ਮੈਂ ਦੱਸ ਸਕਾਂ ਜਿਹੜੀ ਤਕਲੀਫ ਮੈਂ ਕੱਟੀ ਹੈ। ਮੈਂ ਦੋਸਤਾਂ ਨੂੰ ਹੱਥ ਜੋੜ ਕੇ ਕਹਿਣਾ ਕਿ ਇਹਨੂੰ ਈਜ਼ੀ ਨਾ ਲਓ, ਇਹ ਵਾਕਈ ਤਕਲੀਫ ਹੈ। ਔਰ ਇਹ ਪਤਾ ਉਹਨੂੰ ਜਿਹਨੂੰ ਹੁੰਦਾ ਹੈ ਅਟੈਕ, ਉਹਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਕਿ ਉਹ ਇਸ ਕਿਹੜੀ ਪੀਹ ਚੋਂ ਗੁਜ਼ਰਿਆ। ਬਿਲਕੁਲ ਠੀਕ। ਦੂਜੇ ਬੰਦੇ ਨੂੰ ਕੋਈ ਅੰਦਾਜ਼ਾ ਨਹੀਂ ਹੋ ਸਕਦਾ। ਬਿਲਕੁਲ ਠੀਕ ਗੱਲ ਹੈ। ਖੁਦਾ ਵਾਸਤੇ, ਨਬੀ ਰਸੂਲ ਵਾਸਤੇ ਯਾਦ ਕਰੋ, ਜਿਹੜੀ ਵੀ ਇੰਤਜ਼ਾਮੀਆ ਜੋ ਵੀ ਗਵਰਨਮੈਂਟ ਕਹਿੰਦੀ ਹੈ ਉਹਦੇ ਮੁਤਾਬਕ ਚੱਲੋ, ਇਹਨੂੰ ਈਜ਼ੀ ਨਾ ਲਓ। ਬਹੁਤ ਅੱਛੀ ਬਾਤ ਹੈ। ਮੇਰਾ ਖਿਆਲ ਹੈ ਲਾਸਟ ਖੁਤਬੇ 'ਚ ਵੀ ਹਜ਼ੂਰ ਨੇ ਜ਼ਿਕਰ ਕੀਤਾ ਕਿ ਤੁਸੀਂ ਲੋਕ ਜਿਹੜੇ ਨੇ ਪਾਕਿਸਤਾਨ ਜਾਣ ਤੋਂ ਬਾਜ਼ ਆਓ, ਬਿਲਾ ਵਜ੍ਹਾ ਨਾ ਜਾਓ ਪਾਕਿਸਤਾਨ। ਬਹੁਤ ਮਜਬੂਰੀ ਹੈ, ਬਹੁਤ ਹੀ ਕੋਈ ਐਸੀ ਕਿ ਨਹੀਂ ਰਹਿ ਸਕਦੇ, ਅਦਰਵਾਈਜ਼ ਨਾ ਜਾਓ। ਪਿੱਛੇ ਦੋ ਨੌਜਵਾਨ ਭਾਈ ਜਿਹੜੇ ਗਏ ਸਨ, ਉਹਨਾਂ ਦੀ ਵਫਾਤ ਹੋਈ। ਹੁਣ ਉਹਨਾਂ ਦੇ ਬਾਅਦ ਪਤਾ ਲੱਗਾ ਕਿ ਉਹਨਾਂ ਦੀ ਇੱਕ ਦੀ ਜਿਹੜੀ ਵਾਈਫ ਜਿਹਦੇ ਵਾਸਤੇ ਹੋ ਗਏ ਸਨ ਕਿ ਸ਼ਾਇਦ ਉਹਨਾਂ ਨੂੰ ਕਿਸੇ ਤਰੀਕੇ ਨਾਲ ਅਸੀਂ ਵੀਜ਼ਾ ਲੈ ਕੇ ਤੇ ਲੈ ਆਈਏ, ਉਹਦੀ ਵਫਾਤ ਹੋ ਗਈ ਕੱਲ ਨਾ। ਉਹ ਜਿਹੜੇ ਭਾਈ ਜਿਹੜਾ ਸੀ ਨਾ ਰਜ਼ਵਾਨ, ਉਹਦੀ ਵਾਈਫ ਦੀ ਕੱਲ ਅੱਜ ਦੱਸ ਰਹੇ ਸਨ ਕਿ ਉਹ ਪਾਕਿਸਤਾਨ ਉਹਨੇ ਤਸਫੀਨ ਹੋ ਗਈ ਹੈ। ਤੇ ਉਹਦੇ ਮੁਤਲਕ ਦੋਸਤਾਂ ਨੇ ਬਾਜ਼ ਖਬਰਾਂ ਐਕਸਟਰਾ ਨਾਲ ਐਡ ਕਰ ਦਿੱਤੀਆਂ। ਇਹ ਵੀ ਸਾਡੇ 'ਚ ਇੱਕ ਬਹੁਤ ਵੱਡੀ ਖਾਮੀ ਹੈ ਕਿ ਉਹ ਹੋਇਆ ਤੇ ਉਹਦੇ ਨਾਲ ਮਰਜ ਮਸਾਲਾ, ਉਹਨਾਂ ਦੇ ਵਾਲਦਾ ਦੀ ਵਫਾਤ ਹੋ ਗਈ ਕਰੋਨਾ ਨਾਲ, ਵਾਲਦ ਸਾਹਿਬ ਨੂੰ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅਫਵਾਹਾਂ ਸਨ, ਕਿਉਂਕਿ ਉਹਨਾਂ ਦੀ ਵਾਲਦਾ ਦੀ ਵਫਾਤ ਪਹਿਲੇ ਕਾਫੀ ਸਾਲ ਹੋ ਚੁੱਕੀ ਸੀ। ਹਾਂਜੀ, ਔਰ ਵਾਲਦ ਸਾਹਿਬ ਦੀ 2-3 ਸਾਲ ਤੋਂ ਉਹਨਾਂ ਨੂੰ ਉਹ ਯਾਦਦਾਸ਼ਤ ਦਾ ਮਸਲਾ, ਚੋਟ ਲੱਗੀ ਸੀ ਸਰ 'ਚ, ਪਾਕਿਸਤਾਨ ਗਿਰੇ ਸੀ। ਉਹ ਵੀ ਉਹ ਇਹਦੇ ਨਾਲ ਲੋਕਾਂ ਨੇ ਜੋੜ ਦਿੱਤਾ ਕਿ ਉਹ ਇਸ ਸਦਮੇ ਨਾਲ ਉਹਨਾਂ ਨੂੰ ਫਾਲਜ। ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਖੁਦਾ ਰਾ ਇਹਨਾਂ ਚੀਜ਼ਾਂ। ਹਾਂਜੀ, ਸਹੀ ਪੂਰੀ ਇਨਫੋਰਮੇਸ਼ਨ ਨਹੀਂ। ਹਾਂਜੀ, ਐਵੇਂ ਕਾਇਸਰਾਆਂ ਲਾਣੀਆਂ ਇਸ ਤਰ੍ਹਾਂ ਕਰਨਾ ਜ਼ੁਲਮ ਹੈ। ਬਿਲकुल फिर इस तरह निकलदियां ने ना, फैलदियां ने पूरे व्हाट्सएप के जरिए। देखें जी वो 2 भाई फौत हुए, उनकी वालदा भी कोरोना में वफात पा गई, उनके वालिद को। बात यह है कि जिस बंदे ने ये सोचा अपने दिमाग से कि मैं उसके साथ जोड़ूं खबर को ताकि ये खबर लोग पढ़ें और इसको आगे से आगे भेजें, ये बहुत बड़ा मेरा ख्याल है गुनाह है कि इंसान किसी के मतलब गलत बात उड़ाए। आज की खबर है, कल मुरब्बी साहब अल्लाह उनको जन्नत नसीब करे, 29 साल के, उनकी वफात हुई है। कनाडा के थे, पढ़े हुए जामिया के, और लोगों ने ये कहा कि उनकी बेल्जियम जो है ना, उनकी तैनाती हुई थी 2 महीने पहले। मैंने अपने तौर पर पता किया वो कि उन्होंने बेल्जियम वालों ने बाद में बताया कि नहीं थी ऐसी बात, उनकी शादी बेल्जियम में हुई थी, उनके ससुराल वहाँ थे, लेकिन ये कन्फर्म है कि उनकी वफात हुई है। अल्लाह ताला उनकी फैमिली को भी सब्र जिदा दे, सब्र दे। तो अपना राना साहब, अगर कोई आप चलें, अब वापसी चलते हैं, हमारी थोड़ी सी सैर भी होगी शाम की, क्योंकि मेरी आदत है कि मैं ना सैर करते करते ये प्रोग्राम बनाता हूँ और सिर्फ सदका जारिया समझ के बाकी लोगों के साथ इसको शेयर करेंगे। अगर कोई दोस्त इससे फ़ायदा उठा लेंगे तो हमारा ख्याल है हमारा मकसद पूरा हो जाए। देखो मैं माशाल्लाह सेहत मेरी अल्लाह दे फजल बहुत अच्छी जी जी, देखो छड़ी ना टुंडे हैं बिल्कुल, और लत्तां च 3 महीने हो गए ने फास्ट मैं घर आया। अच्छा, और अजे तक भी लत्तां च जान नहीं है। अच्छा अच्छा, खास करके जेड़ी खब्बी लाते वो अजे तक सुती है। अच्छा, ओदे बाद करोने और इस तो अलावा 3 हफ्तियां दे विच मेरे बाल जेडे इन्ने ज्यादा गिरने शुरू हो गए। अच्छा, कि गुच्छे दे गुच्छे नाल या कंघी करन दे। सही, तो बाल बहुत ज्यादा गिरन दे। मैं आउं देखो अटेंड करा ली इसलिए। अच्छा अच्छा अच्छा, हां मैं तो पहली बार टेंट च देख रहे हैं। बाहर गल देखें जी, आप लोगों ने बात सुनी है राना साहब की। अब अगर इतनी बातें सुनने के बावजूद भी कोई बंदा इसको सीरियस नहीं लेता और पाकिस्तान फिर भी चढ़ चढ़ के जाता है, जाते जाए मज़े के ले आए, मौसम बड़ा अच्छा है, किन्नुओं का सीज़न है, उधर माल्टे ये अमरूद मिल रहे हैं, तो फिर मेरा ख्याल है ये आपकी अपनी सरासर ज़्यादती है कि आप मौत को दावत देने वाली बात है। खलीफा वक़्त की जो क्या कहते हैं दुआओं से खुद मुनहरफ होने वाली है। और जब उन्होंने कहा कि ना जाएं, तो जो दोस्त ये सुने अपने कमेंट ज़रूर दें कि आपको इससे कोई फ़ायदा हुआ, आपने कोई चीज़ सीखी। इंशाल्लाह ताला हम आपको एक और 2 दोस्त हैं जो एक इंग्लैंड में हैं, स्विट्ज़रलैंड में हैं या कुछ और, उनके साथ भी ये जो बीमारी के बाद रिकवर हुए हैं, हम कोशिश करें कि बात करें, क्योंकि उन्होंने दुआ के लिए भी कहा था, उनका हमने किया भी था दुआ का। और उस अल्लाह के फजल से वो और उनकी पूरी फैमिली, बच्चे उनके आगे, बेटे के आगे बच्चे, वो भी सब रिकवर हो चुके हैं। तो इंशाल्लाह उनका भी प्रोग्राम बना के आपको शेयर करेंगे। दुआओं में याद रखें। अस्सलाम वालेकुम।